ਬਿਸਮਿਲ੍ਲਾਹਿਰਰਹਿਮਾਨਿਰਰਹੀਮ ਜੀ। ਮੈਂ ਮੁਹੰਮਦ ਸਰਫਰਾਜ਼, ਮੇਰੇ ਨਾਲ ਨੇ ਜਨਾਬ ਨਵਾਰੁਲ ਇਸਲਾਮ ਸਾਹਿਬ। ਨਵਾਰੁਲ ਇਸਲਾਮ ਸਾਹਿਬ ਜਿਹੜੇ ਆ ਇਹ ਦੇਸੀਆਂ ਦੇ ਨਾਲ ਅੰਗਰੇਜ਼ੀ ਦੋਨੇ ਕੰਮ ਜਾਣਦੇ ਜੀ, ਔਰ ਹਿਕਮਤ ਦੇ ਵੀ ਮਾਹਰ ਆ, ਡਾਕਟਰੀ ਦੇ ਵੀ। ਮਹਿਕਮਾ ਲਾਈਵ ਸਟਾਕ ਐਂਡ ਡੇਅਰੀ ਡਿਵੈਲਪਮੈਂਟ ਦੇ ਵਿੱਚ ਜੌਬ ਕਰਦੇ ਆ, ਔਰ ਅੱਲਾਹ ਤਾਲਾ ਦੀਆਂ ਇਹਨਾਂ ਦੇ ਰਹਿਮਤਾਂ ਹੈ। ਅਨਵਾਰ ਸਾਹਿਬ ਸਲਾਮ ਅਲੈਕਮ ਜੀ। ਵਾਲੇਕੁਮ अस्सलाम वरहमतुल्लाहि वबरकातुहू। ਅੱਛਾ ਅਨਵਾਰ ਸਾਹਿਬ, ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹਾਂਗਾ, ਜਿਹੜੀਆਂ ਨਾ ਜੀ ਅਕਸਰ ਕੀ ਹਰ ਜ਼ਿਮੀਂਦਾਰ ਜਿਹਨੇ ਡੰਗਰ ਰੱਖੇ ਆ ਉਹਨੇ ਪੱਠੇ ਲਿਆਉਣ ਲਈ ਖੋਤੀ ਰੱਖੀ ਆ, ਅਤੇ ਖੋਤੀਆਂ ਜਿਹੜੀਆਂ ਨਾ ਜੀ ਖੁਸੂਸਨ ਜਿਹੜੇ ਕਾਮੇ ਰੱਖੇ ਹੁੰਦੇ ਆ ਉਹਨਾਂ ਦਾ ਜ਼ਿਆਦਾ ਕੰਮ ਖੋਤੀਆਂ ਹੀ ਕਰਦੀਆਂ, ਲੇਕਿਨ ਉਹਦੀ ਕੇਅਰ ਨਹੀਂ ਕਰਦੇ ਅਤੇ ਉਹਨਾਂ ਨੂੰ ਬੰਨ੍ਹ ਪੈ ਜਾਂਦਾ। ਜਿਸ ਖੋਤੀ ਨੂੰ ਬੰਨ੍ਹ ਪੈ ਜਾਏ ਨਾ ਜੀ ਉਹਦੀ ਮੌਤ ਹੋਣ ਦਾ ਬਹੁਤ ਜ਼ਿਆਦਾ ihtimal ਹੁੰਦਾ। ਇਹਦੇ ਬਾਰੇ ਸਾਨੂੰ ਕੋਈ ਰਹਿਨੁਮਾਈ ਫਰਮਾਓ। ਹਾਂਜੀ, ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਇਸ ਤਰ੍ਹਾਂ ਵਾਕਈ ਹੈ। ਅਕਸਰ ਨਹੀਂ, ਇਹ ਜ਼ਿਆਦਾਤਰ ਮੌਤ ਹੀ ਵਾਕਿਆ ਹੁੰਦੀ ਹੈ, ਕਿਉਂਕਿ ਜਦੋਂ ਬੰਨ ਪੈ ਜਾਂਦਾ ਤੇ ਇਹ ਖੁੱਲ੍ਹਣਾ ਬਹੁਤ ਔਖਾ ਹੁੰਦਾ ਜੀ। ਤੇ ਇਹਦੇ ਵਾਸਤੇ ਸਭ ਤੋਂ ਮੇਨ ਇਹ ਚੀਜ਼ ਆ ਵੀ ਜ਼ਿਆਦਾਤਰ ਖੁਰਾਕ ਤੇ ਹੁੰਦਾ ਜੀ। ਬੰਦੇ ਖੁਰਾਕ ਜਿਹੜੀ ਹੈ ਨਾ ਉਹਨੂੰ ਅੱਛੇ ਤਰੀਕੇ ਨਾਲ ਨਹੀਂ ਪਾਉਂਦੇ, ਕਿਉਂਕਿ ਜ਼ਾਹਰੀ ਗੱਲ ਖੋਤੀ ਇੱਕ ਖੋਤੀ ਹੋ ਗਈ, ਖੋਤਾ ਹੋ ਗਿਆ, ਘੋੜਾ ਹੋ ਗਿਆ, ਉਹ ਕਹਿੰਦੇ ਵੀ ਯਾਰ ਇਹ ਵੀ ਜਾਨਵਰਾਂ ਵਿੱਚੋਂ ਜਾਨਵਰ ਆ। ਹਲਕਾ ਕਿ ਇਹਦਾ ਹਿਸਾਬ ਲਾਇਆ ਜਾਵੇ, ਸਭ ਤੋਂ ਮੇਨ ਇਹ ਕੰਮ ਦੇਣ ਵਾਲੇ ਇਹ ਜਾਨਵਰ ਆ। ਬਿਲਕੁਲ ਇਸੇ ਤਰ੍ਹਾਂ, ਕਿਉਂਕਿ ਅਗਰ 10 ਤੁਸੀਂ ਡੰਗਰ ਜਾਨਵਰ ਰੱਖੇ ਆ ਤੇ ਉਹਦੇ ਪੱਠਿਆਂ ਦੇ ਵਾਸਤੇ ਇਹ ਹੀ ਜ਼ਰੂਰੀ ਹੈ। ਇਹਦੀ ਸਗੋਂ ਖਿਦਮਤ ਜ਼ਿਆਦਾ ਕਰਨੀ ਚਾਹੀਦੀ ਹੈ। ਹਾਂਜੀ। ਤੇ ਬੰਦੇ ਹੈ ਵੀ ਹੁਣ ਜੇ ਅਗਰ ਤੁਸੀਂ ਫੱਕ ਵਗੈਰਾ ਦਾ ਇਸਤੇਮਾਲ ਕਰਦੇ ਹੋ ਇਹਦੀ ਗੰਦਮ ਦੇ ਚਾਵਲਾਂ ਦੀ, ਉਹ ਬੰਦੇ ਇਹ ਹਿਸਾਬ ਕੋਲ ਉਹਨਾਂ ਨੇ ਇਹ ਬੇਗੋਰੀ ਕਰਨੀ, ਉੱਥੇ ਜਾ ਕੇ ਦੇਖਣਾ ਵਾ ਜੀ, ਦੇਖਣਾ ਨਹੀਂ ਬਸ ਤੋੜਿਆਂ ਦੇ ਵਿੱਚ ਪਾਉਣੀ ਹੈ ਤੇ ਲੈ ਆਉਣੀ ਹੈ ਇਹਦੇ ਵਾਸਤੇ ਇਸਤੇਮਾਲ ਕਰਾਉਣ ਵਾਸਤੇ। ਉਹਦੇ ਵਿੱਚ ਮਿੱਟੀ ਘਟਾ ਨਹੀਂ ਦੇਖਣਾ, ਇਹ ਨਹੀਂ ਹੁੰਦਾ, ਇੰਨਾ ਨਹੀਂ ਗਵਾਰਾ ਕਰਨਾ ਵੀ ਚਲੋ ਯਾਰ ਇਹਨੂੰ ਨਾ ਥੋੜਾ ਜਿਹਾ ਸਾਫ਼ ਹੀ ਕਰ ਲਈਏ, ਕੋਈ ਪੱਖਾ ਲਾ ਕੇ ਸਾਫ਼ ਕਰ ਦਈਏ। ਤੇ ਜ਼ਿਆਦਾਤਰ ਇਹ ਹੀ ਮਸਲਾ ਬਣਦਾ ਵਾ ਵੀ ਖੁਰਾਕ ਜੀ। ਖੁਰਾਕ ਜਦੋਂ ਤੁਸੀਂ ਖੁਰਾਕ ਅੱਛੀ ਨਹੀਂ ਦੇਣੀ ਉਹਨੇ ਬੰਦ ਹੀ ਹੋਣਾ ਜੀ। ਇਸ ਤੋਂ ਇਲਾਵਾ ਇਹ ਬੰਦੇ ਵੀ ਹੈ ਵਾ, ਚਲੋ ਮੱਝਾਂ ਗਾਵਾਂ ਜੋ ਵੀ ਹੈ ਜਾਨਵਰ ਛੋਟੇ ਵੱਡੇ, ਉਹਨਾਂ ਨੂੰ ਤੇ ਪੇਟ ਦੇ ਕੀੜਿਆਂ ਦੀ ਦਵਾਈ ਦਿੰਦੇ, ਇਹਨਾਂ ਨੂੰ ਅੱਜ ਤੱਕ ਕਿਸੇ ਬੰਦੇ ਦਵਾਈ ਨਹੀਂ ਦਿੰਦੇ। ਉਹ ਦੇ ਹੀ ਨਹੀਂ ਹੁੰਦੀ ਜੀ, ਇਹ ਚੱਕ ਪੜ ਲੈ ਤੇ ਬੰਦੇ ਦਾ ਹੱਥ ਵੱਢ ਹੋ ਜਾਂਦਾ, ਕਿੱਦਾਂ ਦੇਈਏ? ਮਗਰ ਦੇਣੇ ਚਾਹੀਦੇ। ਇਹਦੇ ਵਿੱਚ ਡਰਿੰਚਰ ਵੀ ਇਸਤੇਮਾਲ ਹੁੰਦਾ ਵਾ, ਓਰਲ ਡਰਿੰਚਰ। ਹਾਂਜੀ। ਮਗਰ ਉਹ ਇੰਨੇ ਬੰਦੇ ਇਹ ਚੀਜ਼ ਦੀ ਇਹ ਕਰਦੇ ਨਹੀਂ ਹੈ ਵੀ ਬੇਗੋਰੀ ਕਰ ਜਾਂਦੇ ਆ। ਬੇਗੋਰੀ ਹੈ ਜੀ, ਦੂਜਾ ਖੋਤੇ ਤੋਂ ਡਰ ਵੀ ਲੱਗਦਾ। ਹਾਂਜੀ, ਮਗਰ ਦੇਣੀ ਵੀ ਜ਼ਰੂਰੀ ਹੈ। ਅੱਛਾ ਜੀ। ਕੋਈ ਜ਼ਰੂਰੀ ਨਹੀਂ ਹੈ ਵੀ ਡਰਿੰਚਰ ਵੀ ਇਸਤੇਮਾਲ ਕਰ ਸਕਦੇ ਹੋ, ਮਗਰ ਇਸ ਤੋਂ ਇਲਾਵਾ ਤੁਸੀਂ ਚੋਕਰ ਦੇ ਵਿੱਚ ਇਸਤੇਮਾਲ ਕਰ ਸਕਦੇ ਹੋ। ਠੀਕ। ਉਹਦੇ ਤੋਂ ਇਲਾਵਾ ਡਾਕਟਰ ਸਾਹਿਬ ਹੁਣ ਤੇ ਹੋ ਗਿਆ ਪਜਾਲੀ ਦੀ ਜਿਹੜੀ ਅੜਲੀ ਹੁੰਦੀ ਸੀ ਨਾ, ਜਾਂ ਉਹ ਡੰਡਾ ਕੱਪੜੇ ਧੋਣ ਵਾਲਾ, ਉਹ ਇਹਦੇ ਮੂੰਹ 'ਚ ਦੇ ਕੇ ਤਾਂ ਕਿ ਦੰਦੀ ਨਾ ਵੱਢੇ, ਤੇ ਫਿਰ ਵੀ ਦਿੱਤਾ ਜਾ ਸਕਦਾ। ਇਸ ਤੋਂ ਇਲਾਵਾ ਸਭ ਤੋਂ ਮੇਨ ਹੱਲ ਆ ਵੀ ਤੁਸੀਂ ਚੋਕਰ ਦੇ ਵਿੱਚ ਇਸਤੇਮਾਲ ਕਰਾ ਸਕਦੇ ਆ। ਅੱਛਾ ਜੀ। ਤਾਂ ਮਗਰ ਸਾਲ ਦੇ ਵਿੱਚ ਇੱਕ ਵਾਰ ਜ਼ਰੂਰ ਦੇਣੀ ਚਾਹੀਦੀ ਹੈ। ਡਿਵਰਮਿੰਗ ਵਾਲੀ ਤੇ ਇਹ ਚੋਕਰ ਦੇ ਵਿੱਚ ਖਾ ਲੂਗੀ, ਉਹ ਕੌੜੀ ਹੁੰਦੀ ਆ। ਕੋਈ ਨਹੀਂ, ਖਾ ਲੈਂਦੀ ਹੈ। ਜਦੋਂ ਤੁਸੀਂ ਚੋਕਰ ਦੀ ਤਾਦਾਦ ਜ਼ਿਆਦਾ ਕਰ ਲੋਗੇ ਤੇ ਵਿੱਚ ਗੁੜ ਵੀ ਇਸਤੇਮਾਲ ਕਰ ਲੋਗੇ ਤਾਂ ਕੋਈ ਐਸਾ ਮਸਲਾ ਨਹੀਂ। ਠੀਕ ਹੋ ਗਿਆ। ਜਦੋਂ ਸ਼ੌਕ ਨਾ ਖਾਏਗਾ। ਡਿਵਰਮਿੰਗ ਹੋਣੀ ਚਾਹੀਦੀ, ਡਿਵਰਮਿੰਗ ਸਾਲ ਦੇ ਵਿੱਚ ਇੱਕ ਵਾਰ ਹੋਣੀ ਚਾਹੀਦੀ ਹੈ। ਅੱਛਾ ਜੀ, ਇਹ ਜ਼ਰੂਰੀ ਹੈ। ਡਿਵਰਮਿੰਗ ਲਈ ਕੋਈ ਮੌਸਮ, ਕੋਈ ਮੀਂਹ ਨਹੀਂ, ਮੌਸਮ ਦਾ ਰਾਤ ਨੂੰ ਨਹੀਂ ਕਰਨੀ। ਇਹ ਹੈ ਵਾ ਵੀ ਜਿਹੜੇ ਪ੍ਰੈਗਨੈਂਟ ਆ ਉਹਨੂੰ ਤੁਸੀਂ ਨਹੀਂ ਇਸਤੇਮਾਲ ਕਰਾਓ, ਜਿਹੜੇ ਪ੍ਰੈਗਨੈਂਟ ਨਹੀਂ ਹੈ ਤਾਂ ਉਹਨੂੰ ਇਸਤੇਮਾਲ ਕਰਾ ਦਿਓ ਤੁਸੀਂ। ਠੀਕ ਹੈ ਜੀ। ਜ਼ਿਆਦਾਤਰ ਇਹ ਮਸਲਾ ਬਣਦਾ ਵਾ ਵੀ ਤੁਸੀਂ ਵਜ੍ਹਾ ਇਹ ਪ੍ਰੈਗਨੈਂਟ ਜਾਨਵਰ ਨੂੰ ਤੁਸੀਂ ਨਾ ਕਰਾਓ। ਜਿਹੜੇ ਜਾਨਵਰ ਜਦੋਂ ਕਮਜ਼ੋਰ ਹੋ ਜਾਂਦੇ ਨੇ ਉਦੋਂ ਕਹਿੰਦੇ ਆ ਵੀ ਇਹਨੂੰ ਮਸਲਾ ਕੀ ਬਣਿਆ ਜੀ। ਚਲੋ ਇਹ ਤੇ ਇੱਕ ਲੈਦਾ ਚੀਜ਼ ਆ ਨਾ, ਮੈਂ ਬੰਦ ਹੋ ਜਾਣਾ। ਇਹਦੇ ਵਿੱਚ ਇੱਕ ਆਉਂਦੀ ਹੈ ਟੈਟਨਸ। ਇਸ ਤੋਂ ਇਲਾਵਾ ਇਹਦੇ ਵਿੱਚ ਆਉਂਦੀ ਆ ਵੀ ਆਮ ਜ਼ੁਬਾਨ ਦੇ ਵਿੱਚ ਕਹਿੰਦੇ ਜੀ ਫੇਟਾ ਹੋ ਗਿਆ ਜੀ। ਫੇਟਾ ਹੋਣ ਦੀ ਵੀ ਵਜ੍ਹਾ ਵਾ ਤੇ ਟੈਟਨਸ ਹੋਣ ਦੀ ਵੀ ਵਜ੍ਹਾ ਵਾ ਜੀ। ਜਿਹੜੀ ਟੈਟਨਸ ਆ ਇਹਦੀ ਆਮ ਜਿਹੜੀ ਲਿੱਦ ਵਗੈਰਾ ਕਹਿੰਦੇ ਆ ਉਹਦੇ ਵਿੱਚ ਹੁੰਦਾ ਜਰਾਸੀਮ। ਜ਼ਖਮ ਵਗੈਰਾ ਇਹਦੇ ਆਪ ਕੱਟ ਲੱਗਾ ਹੋਵੇ ਤੇ ਜਿਹਦੀ ਵਜ੍ਹਾ ਤੋਂ ਇਹਨੂੰ ਮਸਲਾ ਬਣ ਜਾਂਦਾ ਜੀ। ਤੇ ਹੋਰ ਜਾਨਵਰਾਂ ਨੂੰ ਟੈਟਨਸ ਦਾ ਤੇ ਬੰਦੇ ਨੂੰ ਵੀ ਖਤਰਾ ਇਸ ਚੀਜ਼ ਦਾ। ਇਸ ਤੋਂ ਇਲਾਵਾ ਫੇਟਾ ਜੀ, ਉਹਦੀ ਸਭ ਤੋਂ ਮੇਨ ਜਿਹੜੀ ਨਿਸ਼ਾਨੀ ਹੈ ਵਾ ਉਹ ਇਹ ਹੈ ਵਾ ਵੀ ਤੁਸੀਂ ਜਾਨਵਰ ਜਿਹੜਾ ਹੈ ਵਾ ਉਹ ਪੱਠਿਆਂ ਦੀ ਖੋਤੀ ਵਗੈਰਾ, ਉਹ ਘੋੜਾ ਵਗੈਰਾ, ਉਹ ਪੱਠਿਆਂ ਦੀ ਆਵੇਰ ਕੰਮ ਕਰਨਾ ਸ਼ੁਰੂ ਕਰ ਦਿੰਦਾ, ਘੱਟ ਖਾਣ ਲੱਗ ਪੈਂਦਾ। ਹਾਂਜੀ, ਚਾਲ ਦੇ ਵਿੱਚ ਫਰਕ ਆ ਜਾਂਦਾ ਜੀ। ਤੁਰਦਾ ਜਾਨਵਰ ਤੋਂ ਉਹਦੇ ਵਿੱਚ ਫਰਕ ਆ ਜਾਂਦਾ ਜੀ। ਤੇ ਆਸਤਾ ਇਸ ਤਰ੍ਹਾਂ ਵੀ ਹੋ ਜਾਂਦਾ ਵੀ ਇਨਫਾਲੀ ਦਾ ਅਟੈਕ ਹੋ ਜਾਂਦਾ, ਕਿਉਂਕਿ ਇਹਦਾ ਮੇਨ ਜਿਹੜਾ ਜਰਾਸੀਮ ਆ ਉਹ ਕਰਦਾ ਵਾ ਨਰਵਸ ਸਿਸਟਮ ਦੇ ਅਟੈਕ। ਠੀਕ ਹੈ ਜੀ। ਜਿਹਦੀ ਵਜ੍ਹਾ ਤੋਂ ਇਹ ਮਸਲਾ ਬਣ ਜਾਂਦਾ। ਠੀਕ ਹੈ ਜੀ। ਇਹਦੇ ਵਿੱਚ ਬੁਖਾਰ ਵਗੈਰਾ ਵੀ ਹੋ ਸਕਦਾ ਵਾ ਜੀ। ਤੇ ਇਸ ਤੋਂ ਇਲਾਵਾ ਇਹਦੀ ਸਭ ਤੋਂ ਵੱਡੀ ਜਿਹੜੀ ਨਿਸ਼ਾਨੀ ਹੈ ਵਾ, ਤੁਸੀਂ ਜਦੋਂ ਅੱਖ ਉਹਦੀ ਖੋਲੋਗੇ, ਤੁਸੀਂ ਜਦੋਂ ਅੱਖ ਝਮਕੇਗੀ ਤੁਹਾਨੂੰ ਦੱਬੇ ਨਜ਼ਰ ਆਉਣਗੇ, ਸੁਰਖ। ਠੀਕ ਹੈ ਜੀ। ਦੱਬੇ ਨਵਾਂ ਵਿੱਚ ਨਜ਼ਰ ਆਉਣਗੇ। ਜਦੋਂ ਪ੍ਰਵੱਟਾ ਵਗੈਰਾ ਜਾਂ ਅੰਦਰ ਦੀ ਝਿੱਲੀ ਉਹ ਅੱਗੇ ਪਿੱਛੇ ਕਰੇਗੀ ਤੁਹਾਨੂੰ ਨਜ਼ਰ ਆਉਣਗੇ।
ਠੀਕ ਹੈ ਜੀ। ਉਸ ਤੋਂ ਇਲਾਵਾ ਤੁਸੀਂ ਇਹ ਸਭ ਤੋਂ ਵੱਡੀ ਨਿਸ਼ਾਨੀ ਹੈ ਇਸ ਚੀਜ਼ ਦੀ ਬੇਟੇ ਦੀ ਜੀ। ਤੇ ਇਹਦੇ ਵਾਸਤੇ ਚਾਹੀਦਾ ਵੀ ਮੇਨ ਜਿਹੜਾ ਟ੍ਰੀਟਮੈਂਟ ਉਹ ਅੱਛੇ ਤਰੀਕੇ ਨਾਲ ਇਸਤੇਮਾਲ ਕਰੋ। ਡਾਈਜ਼ਮੈਨਾਜ਼ੀਨ ਇੰਜੈਕਸ਼ਨ ਇਸਤੇਮਾਲ ਕਰ ਸਕਦੇ ਹੋ, ਹਾਂਜੀ, ਬੜਾ ਅੱਛਾ ਵਾ। ਹਾਂਜੀ ਇਸ ਤੋਂ ਇਲਾਵਾ ਅਗਰ ਜੇ ਬੁਖਾਰ ਵਗੈਰਾ ਵਾ ਡਿਕਲੋਫੈਨਿਕ ਸੋਡੀਅਮ ਇਸਤੇਮਾਲ ਕਰ ਸਕਦੇ ਆ ਜੀ। ਇਹਦਾ ਮੇਨ ਇਹ ਚੀਜ਼ ਆ ਵੀ ਤੁਸੀਂ ਇਹ ਟ੍ਰੀਟਮੈਂਟ ਇਹ ਚੀਜ਼ ਦਾ। ਤੇ ਹੋਰ ਦੇਸੀ ਨੁਸਖੇ ਦੇ ਇਸਤੇਮਾਲ ਬੰਦੇ ਕਰਦੇ ਨੇ, 100 ਕਿਸਮ ਦੇ ਕਰਦੇ ਨੇ, ਮਗਰ ਮੇਨ ਇਹਦਾ ਹੱਲ ਹੋਣਾ ਚਾਹੀਦਾ। ਠੀਕ ਤੇ ਹੈ। ਇਹ ਜ਼ਿਆਦਾਤਰ ਕੋਈ ਜਿਹੜਾ ਦੇਸੀ ਯਾਦ ਆ ਤੇ ਇੱਕ ਅੱਧਾ ਦੱਸ ਦਿਓ। ਨਹੀਂ ਦੇਸੀ ਦਾ ਫਿਲਹਾਲ ਨਹੀਂ ਇੰਨਾ ਕਿਹਾ ਜਾ ਸਕਦਾ। ਮਤਲਬ ਤੁਹਾਡੇ ਕੋਲ ਜਿਹੜੇ ਹੈਗੇ ਆ ਤੁਸੀਂ ਦੱਸ ਹਾਂਜੀ ਦਿੱਤੇ। ਉਹ ਜ਼ਿਆਦਾਤਰ ਇਹਦਾ ਅਟੈਕ ਆ ਸੌਣ ਭਾਦਰੋਂ ਦੇ ਵਿੱਚ। ਠੀਕ ਹੈ ਜੀ। ਜਦੋਂ ਗਰਮੀਆਂ ਦੇ ਵਿੱਚ ਮੱਖੀ ਵਗੈਰਾ ਜਦੋਂ ਜ਼ਿਆਦਾ ਹੁੰਦੀ, ਮੱਛਰ ਵਗੈਰਾ ਹੁੰਦਾ, ਉਦੋਂ ਜ਼ਿਆਦਾਤਰ ਇਹਦਾ ਅਟੈਕ ਹੁੰਦਾ ਫੇਟੇ ਦੇ ਵਿੱਚ। ਤੁਹਾਡੀਆਂ ਗੱਲਾਂ ਤੋਂ ਮੈਂ ਇਹ ਸਮਝਿਆ ਜੀ ਕਿ ਇਹਦੀ ਖੁਰਾਕ ਦਾ ਖਾਸ ਖਿਆਲ ਰੱਖਿਆ ਜਾਵੇ, ਇਹਦੀ ਡਿਵਰਮਿੰਗ ਜ਼ਰੂਰ ਕੀਤੀ ਜਾਏ। ਅੱਛਾ, ਇੱਕ ਮੈਂ ਹੋਰ ਵੀ ਦੱਸਾਂ ਜੀ, ਖੋਤਾ ਘੋੜਾ ਜਾਂ ਗਾਲੀ ਨਹੀਂ ਕਰਦੇ, ਇਹਨਾਂ ਨੂੰ ਡੇਲੀ ਇੱਕ ਦਫਾ ਲਟਾਣਾ ਜ਼ਰੂਰ ਚਾਹੀਦਾ। ਜ਼ਰੂਰ ਚਾਹੀਦਾ, ਹਾਂਜੀ ਲਟਾਣਾ ਇਹਨਾਂ ਨੂੰ ਚਾਹੀਦਾ। ਲੇਟਿਨ ਲੂਟਿਨ ਲੈ ਲੈਣਾ ਜੀ, ਫਿਰ ਵੀ ਇਹਦੇ ਹਾਜ਼ਮੇ 'ਚ ਮਦਦ ਹੋ ਜਾਂਦੀ। ਸਾਰੀ ਗੱਲ ਜਦੋਂ ਬੰਦੇ ਨੇ ਗੌਰ ਕਰਨਾ ਤੇ ਇਹ ਚੀਜ਼ਾਂ ਹਰ ਵਿੱਚ ਇਹਦੇ ਵਿੱਚ ਆ ਜਾਂਦੀਆਂ। ਜਦੋਂ ਬੇਗੌਰੀ ਕਰਨੀ ਹੈ ਤਾਂ ਕੋਈ ਚੀਜ਼ ਜਿਸ ਤਰ੍ਹਾਂ ਪੰਜਾਬੀ 'ਚ ਕਹਿੰਦੇ ਕਿ ਬਿਹਤਰੀਨ ਖਾਦ ਕਾਸ਼ਤਕਾਰ ਦੇ ਪੈਰ ਦੀ ਮਿੱਟੀ ਹੈ ਨਾ ਜੀ, ਇਸੇ ਤਰ੍ਹਾਂ ਬਿਹਤਰੀਨ ਡੰਗਰਾਂ ਦਾ ਦੇਖਭਾਲ ਵੀ ਹੈ ਉਹਦਾ ਜਿਹੜਾ ਮਾਲਕ ਆ ਉਹਦਾ ਹਵੇਲੀ ਦੇ ਵਿੱਚ ਮੌਜੂਦ ਹੋਣਾ ਹੈ। ਹਾਂਜੀ ਜ਼ਰੂਰੀ ਹੈ। ਹਾਂਜੀ, ਅਗਰ ਕੰਮ ਵਾਲੇ ਵੀ ਰੱਖੇ ਆ ਜ਼ਰੂਰ ਇਹ ਬੰਦੇ ਨੂੰ ਚਾਹੀਦਾ ਵੀ ਆਪ ਕੰਮ ਵਾਲੇ ਤੇ ਜੀ ਉਹ ਕਹਿੰਦੇ ਜੀ ਸਾਈਆਂ ਬਾਅਦ ਸੌਣ ਧਰਿਆਈਆਂ, ਹੁਣ ਮੀਂਹ ਪੈਣ ਡਿਆ ਆ ਤੇ ਜਿਨ੍ਹਾਂ ਜੇ ਜਾ ਕੇ ਨਹੀਂ ਦੇਖਣੀਆਂ ਉਹ ਵਿਚਾਰੀਆਂ ਪਿਆਸੀਆਂ ਹੀ ਖੜੀਆਂ ਹਜੇ। ਡਾਕਟਰ ਸਾਹਿਬ ਬਹੁਤ ਬਹੁਤ ਤੁਹਾਡਾ ਸ਼ੁਕਰੀਆ। ਹਾਂਜੀ ਹਾਂਜੀ। ਬੰਦ ਜਿਹੜਾ ਹੋ ਜਾਂਦਾ ਜਾਨਵਰ, ਹਾਂਜੀ, ਤੁਸੀਂ ਤਾਰਪੀਨ ਦਾ ਤੇਲ ਇਸਤੇਮਾਲ ਕਰ ਸਕਦੇ ਹੋ। ਅੱਛਾ ਜੀ। ਇਸ ਤੋਂ ਇਲਾਵਾ ਤਾਰਪੀਨ ਦੇ ਤੇਲ ਦਾ ਤਰੀਕਾ ਵੀ ਦੱਸ ਦਿਓ। ਸਟਾਂਕ ਇੱਕ ਸਟਾਂਕ ਜਿਹੜਾ ਉਹਦੇ ਅੰਦਰ ਕਰ ਦੇਣਾ। ਇੱਕ ਪਾਈਆ ਸਰੋਂ ਦਾ ਤੇਲ, ਇੱਕ ਸਟਾਂਕ। ਇਹਦੇ ਵਿੱਚ 100 ਗ੍ਰਾਮ ਜਾਂ 50 ਗ੍ਰਾਮ ਤੁਸੀਂ ਮਿੱਠਾ ਸੋਡਾ ਇਸਤੇਮਾਲ ਕਰਨਾ ਜੀ। ਠੀਕ ਹੈ ਜੀ। ਇਹ ਸਭ ਤੋਂ ਮੇਨ ਅੱਛਾ ਇਹਦਾ ਨੁਕਸਾ ਵਾ ਜੀ ਫੁੱਲਣ ਦਾ। ਅੱਛਾ ਜੀ। ਇਸ ਤੋਂ ਇਲਾਵਾ ਕਰੋਰਲ ਹਾਈਡਰੇਟ ਹੁੰਦਾ ਵਾ। ਅੱਛਾ ਜੀ। ਉਹਦਾ ਵੀ ਇਸਤੇਮਾਲ ਕਰਾ ਸਕਦੇ ਹੋ ਉਹ, ਮਗਰ ਜਦੋਂ ਮੇਨ ਜਿਹੜਾ ਕੰਮ ਬਣਿਆ ਹੋਵੇ ਹਾਂਜੀ ਉਹ ਇਸਤੇਮਾਲ ਕਰਾ ਸਕਦੇ ਹੋ। ਠੀਕ ਹੈ ਜੀ। ਤੇ ਅੱਲਾ ਕਰੇ ਤੁਸੀਂ ਜ਼ਿਆਦਾਤਰ ਤੇ ਇਹ ਹੈ ਵੀ ਮਸੱਬਰ ਕਾਲਾ ਜੀ 1 ਤੋਲਾ ਜੀ, ਇਹ ਲੈ ਕੇ ਤੁਸੀਂ ਕੁੱਟ ਕੇ ਤੁਸੀਂ ਇੱਕ ਪਾਈਆ ਸਰੋਂ ਦੇ ਤੇਲ ਦੇ ਵਿੱਚ ਇਸਤੇਮਾਲ ਕਰਾ ਸਕਦੇ ਹੋ। ਅੱਛਾ ਜੀ। ਕਾਲਾ ਮਸੱਬਰ, ਹਾਂਜੀ 1 ਤੋਲਾ ਤੁਸੀਂ ਲੈ ਲਓ, ਉਹਦਾ ਬੜਾ ਅੱਛਾ ਰਿਜ਼ਲਟ ਮਿਲੇਗਾ ਜੀ। ਜੇ ਅਗਰ ਖੁੱਲ ਜਾਏ ਤਾਂ ਬਿਹਤਰ ਹੋ ਸਕਦਾ, ਜੇ ਨਾ ਖੁੱਲੇ ਤਾਂ ਫਿਰ ਕਿਨੂੰ ਕੁਝ ਨਹੀਂ ਕਿਹਾ ਜਾ ਸਕਦਾ। ਅੱਲਾਹ ਤਾਲਾ ਕਰਮ ਕਰੋ ਜੀ। ਬਹੁਤ ਬਹੁਤ ਸ਼ੁਕਰੀਆ ਜੀ। ਪਾਕਿਸਤਾਨ ਜ਼ਿੰਦਾਬਾਦ। ਅੱਛਾ ਡਾਕਟਰ ਸਾਹਿਬ, ਇੱਕ ਗੱਲ ਹੋਰ ਹੈ ਜੀ ਜੀ ਕਿ ਅਗਰ ਕੋਈ ਤੁਹਾਡੇ ਨਾਲ ਰਾਬਤਾ ਕਰੇ ਤੇ ਤੁਸੀਂ ਉਹਨੂੰ ਮਸ਼ਵਰਾ ਵੀ ਦੇ ਸਕਦੇ ਆ? ਜੀ ਜੀ, ਕਿਉਂ ਨਹੀਂ, ਹਾਜ਼ਰ। ਬਿਲਾ ਫੀਸ ਕੇ ਫੀਸ ਦੇ ਨਾਲ ਦੋਗੇ? ਨਹੀਂ ਨਹੀਂ, ਫੀਸ ਵਾਲਾ ਕੰਮ। ਬਹੁਤ ਬਹੁਤ ਸ਼ੁਕਰੀਆ ਜੀ, ਜਜ਼ਾਕ ਅੱਲਾ।